ਮੋਹ ਦੀਆਂ ਤੰਦਾਂ ਪੰਜਾਬੀ ਪੁਸਤਕ ਹੈ ਇਹ ਗਲੋਬਲ ਲਰਨਿੰਗ ਸੋਲਿਊਸ਼ਨਸ ਜਿਹੜੇ ਹੈਗੇ ਆ ਪਬਲਿਸ਼ਰ ਹੈਗੇ ਆ 11ਵਾਂ ਚੈਪਟਰ ਆ ਇਸ ਬੁੱਕ ਦੇ ਅੰਦਰ ਇਸ ਕਿਤਾਬ ਦੇ ਅੰਦਰ ਕਿਸਾਨੀ ਸੰਘਰਸ਼ ਨੂੰ ਜਿਹੜਾ ਡੈਡੀਕੇਟ ਕੀਤਾ ਗਿਆ। ਤਾਂ ਵੱਖ-ਵੱਖ ਚੀਜ਼ਾਂ 'ਚ ਸਾਰੀਆਂ ਦੱਸੀਆਂ ਹੋਈਆਂ ਨੇਗੀਆਂ ਵੀ ਸੰਘਰਸ਼ ਕਿਉਂ ਸ਼ੁਰੂ ਹੋਇਆ, ਕੀ ਉਹਦੇ ਕਾਰਨ ਸੀਗੇ ਤੇ ਕਿਵੇਂ ਸੰਯੁਕਤ ਮੋਰਚੇ ਨੇ ਇਕੱਠੇ ਹੋ ਕੇ ਇਹ ਲੜਾਈ ਲੜੀ। ਕਿਸਾਨੀ ਦਾ ਚੈਪਟਰ ਪੜ੍ਹਿਆ, ਕੀ ਸਮਝਣ ਨੂੰ ਮਿਲਿਆ ਇਹਦੇ ਅੰਦਰ, ਕੀ ਗੱਲਾਂ ਲਿਖੀਆਂ ਹੋਈਆਂ ਨੇ ਜਿਹੜੀਆਂ ਤੁਹਾਨੂੰ ਲੱਗਦੀਆਂ ਨੇ ਵੀ ਜਾਂ ਤੁਹਾਨੂੰ ਇੰਸਪਾਇਰ ਕਰ ਰਹੀਆਂ। ਇਹਦੇ ਅੰਦਰ ਉਹ ਸਾਰਾ ਕੁਝ ਲਿਖਿਆ ਹੋਇਆ ਜੋ ਕੁਝ ਉੱਥੇ ਹੋਇਆ, ਸ਼ੁਰੂ ਕਦੋਂ ਹੋਇਆ, ਜੋ ਉੱਥੇ ਘਟਨਾਵਾਂ ਵਾਪਰੀਆਂ, ਸਾਰਾ ਕੁਝ ਉਰੇ ਲਿਖਿਆ ਹੋਇਆ। ਸਾਨੂੰ ਚੈਪਟਰ ਜਦੋਂ ਅਸੀਂ ਪੜ੍ਹਦੇ ਹਾਂ ਸਾਨੂੰ ਯਾਦ ਆਉਂਦਾ ਕਿ ਉਹ ਸਮਾਂ ਜਦ ਸਾਰੇ ਕਿਸਾਨ ਉਹ ਚੀਜ਼ਾਂ ਦਾ ਮੁਕਾਬਲਾ ਕਰਦੇ ਸੀਗੇ। ਸਾਨੂੰ ਜਦੋਂ ਚੈਪਟਰ 'ਚ ਅਸੀਂ ਲਾਈਨਾਂ ਪੜ੍ਹਦੇ ਸਾਨੂੰ ਯਾਦ ਆਉਂਦੇ ਉੱਥੇ ਕਿੱਦਾਂ ਸਭ ਕੁਝ ਹੁੰਦਾ ਸੀਗਾ। ਕਿਸਾਨ ਅੰਦੋਲਨ ਦੀ ਗੱਲ ਹੁੰਦੀ ਹੈ, ਕੋਈ ਇਹੋ ਜਿਹੀ ਚੀਜ਼ ਤੁਹਾਡੇ ਠਾਹ ਦੇ ਇਮੈਜਿਨ ਕਰ ਲੈਂਦੇ ਨੇ ਫਟਾਫਟ। ਮੈਨੂੰ ਜਿਹੜੇ ਉਹ ਕੱਚੇ ਘਰ ਤੇ ਉਹ ਲੰਗਰ ਯਾਦ ਆਉਂਦੇ ਨੇ ਜਦੋਂ ਮੈਂ ਪੜ੍ਹਦਾ ਜਾਂ ਕੁਝ ਵੀ ਯਾਦ ਕਰਦਾ ਉਹਦੇ ਬਾਰੇ। ਤੋਂ ਇਹ ਬੁੱਕਸ ਮਿਲੀਆਂ ਤੇ ਅਸੀਂ ਚੈਪਟਰ ਖੋਲ੍ਹੇ ਤਾਂ ਬੜਾ ਵਧੀਆ, ਬੜੀ ਖੁਸ਼ੀ ਕਹਿ ਲਓ, ਹੈਰਾਨੀ ਭਰੀ ਖੁਸ਼ੀ ਹੋਈ ਜਦੋਂ ਇਹ ਚੈਪਟਰ ਦੇਖਿਆ ਕਿ ਕਿਸਾਨ ਅੰਦੋਲਨ ਦਾ ਇੰਨੀ ਜਲਦੀ ਚੈਪਟਰ ਬੱਚਿਆਂ ਦੇ ਸਿਲੇਬਸ ਦੇ ਵਿੱਚ ਸ਼ਾਮਲ ਕਰ ਲਿਆ ਹੈ। ਤੁਹਾਨੂੰ ਪਤਾ ਸੀ ਅੰਦੋਲਨ ਬਾਰੇ ਪਹਿਲਾਂ ਕੀ ਹੁੰਦਾ? ਪਹਿਲਾਂ ਮੈਨੂੰ ਨਹੀਂ ਪਤਾ ਸੀਗਾ ਵੀ ਕੀ ਹੁੰਦਾ ਅੰਦੋਲਨ। ਫਿਰ ਮੰਮਾ ਪਾਪਾ ਨੂੰ ਪੁੱਛਿਆ? ਹਾਂਜੀ। ਕੀ ਸਮਝਾਇਆ? ਜਦੋਂ ਕੋਈ ਸਰਕਾਰ ਨਹੀਂ ਗੱਲ ਸੁਣਦੀ, ਲੋਕਾਂ ਦੀ ਬਾਰ-ਬਾਰ ਕਹੇ ਤੇ ਉਦੋਂ ਅੰਦੋਲਨ ਕਰਦੇ ਹਨ ਲੋਕ। 9-10 ਵਾਰੀ ਜਿਹੜੀ ਗਏ ਆ ਜੀ ਅੰਦੋਲਨ ਦੇ ਵਿੱਚ, ਤੇ ਬੱਚਿਆਂ ਨੂੰ ਬਹੁਤ ਉਤਸੁਕਤਾ ਰਹਿੰਦੀ ਸੀ ਕਿ ਜਲਦੀ ਤੋਂ ਜਲਦੀ ਗੇੜਾ ਮਾਰੀਏ। ਜੇ ਥੋੜ੍ਹਾ ਜਿਹਾ ਟਾਈਮ ਮਹੀਨਾ ਕੁ ਲੰਘ ਜਾਣਾ ਫਿਰ ਬੱਚਿਆਂ ਨੇ ਰੌਲਾ ਪਾਉਣਾ ਵੀ ਕਿਸੇ ਹੋਰ ਪਾਸੇ ਨਹੀਂ ਜਾਣਾ ਹੈ, ਆਪਾਂ ਤਾਂ ਦਿੱਲੀ ਮੋਰਚੇ ਵਿੱਚ ਜਾਣ ਦਾ ਹੀ ਪ੍ਰੋਗਰਾਮ ਬਣਾਓ। ਕਈ ਵਾਰੀ ਤਾਂ ਅਸੀਂ ਤੜਕੇ 3 ਵਜੇ ਇੱਥੋਂ ਚੱਲੇ ਤੇ 7-8 ਵਜੇ ਨੂੰ ਦਿੱਲੀ ਪਹੁੰਚ ਜਾਂਦੇ ਸੀ। ਬੱਚੇ ਵੀ ਐਨ ਬੜੇ ਐਕਟਿਵ, ਕੋਈ ਇਹਨਾਂ 'ਚ ਥਕਾਵਟ ਨਹੀਂ ਸੀ ਹੁੰਦੀ। ਬਹੁਤ ਵਧੀਆ ਮਹਿਸੂਸ ਹੁੰਦਾ ਸੀ ਇਹਨਾਂ ਨੂੰ ਅੰਦੋਲਨ ਦੇ ਵਿੱਚ ਜਾ ਕੇ, ਕਿਉਂਕਿ ਉੱਥੇ ਜਦੋਂ ਜਾਂਦੇ ਸੀ ਪੂਰਾ ਜੋਸ਼ ਭਰ ਜਾਂਦਾ ਸੀ ਇਹਨਾਂ ਦੇ ਵਿੱਚ। ਇਹਨਾਂ ਨੇ ਵੀ ਪੁੱਛਣਾ ਵੀ ਇੱਥੇ ਕਿਉਂ ਬੈਠੇ ਨੇ, ਆਪਾਂ ਤਾਂ ਘਰਾਂ ਦੇ ਵਿੱਚ ਬੈਠਦੇ ਹਾਂ ਇੰਨੀ ਸਰਦੀ ਦੇ ਵਿੱਚ, ਇਹ ਬਾਹਰ ਤੰਬੂਆਂ ਦੇ ਵਿੱਚ ਕਿਉਂ ਬੈਠੇ ਨੇ। ਉਹ ਫਿਰ ਸਾਰਾ ਕੁਝ ਇਹਨਾਂ ਨੂੰ ਦੱਸਿਆ ਜਾਂਦਾ ਸੀ, ਫਿਰ ਇਹ ਮਹਿਸੂਸ ਕਰਦੇ ਸੀ। ਇੱਕ ਹੋਰ ਜਿਹੜਾ ਸਵਾਲ ਜਿਹੜਾ ਇਹਦੇ 'ਚ ਚੈਪਟਰ 'ਚ ਪਾਈ ਗਈ ਹੈ ਗੱਲ ਹੈ ਔਰਤਾਂ ਦੇ ਰੋਲ ਬਾਰੇ। ਤੁਸੀਂ ਔਰਤਾਂ ਦੇ ਰੋਲ ਨੂੰ ਕਿਸਾਨੀ ਅੰਦੋਲਨ ਜਦੋਂ ਦੇਖਦੇ ਹੋ ਕਿਵੇਂ ਦੇਖਦੇ ਹੋ? ਔਰਤਾਂ ਦਾ ਵੀ ਬਿਲਕੁਲ ਬਰਾਬਰ ਰੋਲ ਹੀ ਸੀ ਜੀ। ਸਾਡੀਆਂ ਮਾਵਾਂ, ਭੈਣਾਂ, ਧੀਆਂ ਇਹ ਸਾਰੀਆਂ ਰਲ ਕੇ ਉੱਥੇ ਬੈਠੀਆਂ ਤੇ ਇੱਕ ਹੌਸਲਾ ਦਿੱਤਾ ਉਹਨੇ ਆਪਣੇ ਨਾਲ, ਆਪਣੇ ਬੱਚਿਆਂ ਨੂੰ, ਆਪਣੇ ਭਰਾਵਾਂ ਨੂੰ, ਆਪਣੇ ਪੁੱਤਰਾਂ ਨੂੰ, ਪਤੀਆਂ ਨੂੰ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਸ਼ੁਭਕਰਮਨ ਧਾਲੀਵਾਲ। ਕਿਸਾਨਾਂ ਨੇ ਆਪਣੀਆਂ ਜਾਨ ਤੋਂ ਪਿਆਰੀਆਂ ਜ਼ਮੀਨਾਂ ਖੁੱਸਦੀਆਂ ਹੋਈਆਂ ਦੇਖ ਕੇ ਕਿਸਾਨੀ ਸੰਘਰਸ਼ ਸ਼ੁਰੂ ਕੀਤਾ ਸੀ 3 ਖੇਤੀ ਕਾਨੂੰਨਾਂ ਦੇ ਖਿਲਾਫ। ਕਿਸਾਨੀ ਸੰਘਰਸ਼ ਵਿਸ਼ਵ ਪ੍ਰਸਿੱਧ ਹੋਇਆ, ਇਤਿਹਾਸਕ ਸੀਗਾ ਤੇ ਉਸੇ ਸੰਘਰਸ਼ ਦੀ ਕਹਾਣੀ ਹੁਣ ਬੱਚਿਆਂ ਦੇ ਸਿਲੇਬਸ 'ਚ ਵੀ ਐਡ ਕਰ ਦਿੱਤੀ ਗਈ ਹੈ। ਪੰਜਾਬ ਦੇ ਸਕੂਲਾਂ 'ਚ ਵੀ ਪੜ੍ਹਾਈ ਜਾਊਗੀ। ਕਿਸਾਨੀ ਅੰਦੋਲਨ ਦਾ ਚੈਪਟਰ ਕੀ ਹੈ, ਕੀ ਉਹਦੇ 'ਚ ਲਿਖਿਆ ਹੋਇਆ, ਅਸੀਂ ਅੱਜ ਜਾਣਾਂਗੇ ਤੇ ਬੱਚਿਆਂ ਤੋਂ ਵੀ ਪੁੱਛਾਂਗੇ ਵੀ ਉਹ ਕਿਸਾਨੀ ਸੰਘਰਸ਼ ਨੂੰ ਕਿਵੇਂ ਦੇਖਦੇ ਨੇ, ਅੰਦੋਲਨ 'ਚ ਬਿਤਾਏ ਹੋਏ ਦਿਨ ਉਹਨਾਂ ਜਦੋਂ ਉਹ ਚੈਪਟਰ ਪੜ੍ਹਦੇ ਨੇ ਕਿਵੇਂ ਯਾਦ ਆਉਂਦੇ ਨੇ। ਬੱਚਿਆਂ ਨਾਲ ਗੱਲਬਾਤ ਕਰਾਂਗੇ, ਨਾਲ ਹੀ ਘਰ ਦੇ ਮੈਂਬਰਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਉਹ ਕਿਵੇਂ ਦੇਖਦੇ ਆ ਜਦੋਂ ਉਹ ਬੱਚਿਆਂ ਨੂੰ ਕਿਸਾਨੀ ਸੰਘਰਸ਼ ਬਾਰੇ ਚੈਪਟਰ ਪੜ੍ਹਦਾ ਹੋਇਆ ਦੇਖਦੇ ਨੇ। ਬਹੁਤ ਬਹੁਤ ਸਵਾਗਤ ਹੈ ਪ੍ਰੋ ਪੰਜਾਬ ਟੀਵੀ 'ਤੇ ਤੁਹਾਡਾ। ਹਾਂਜੀ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਮਹਿਤਾਬ ਸਿੰਘ ਹੈ। ਤੁਹਾਡਾ ਕੀ ਨਾਮ ਹੈ? ਗੁਰਦਾਸ ਸਿੰਘ। ਜਦੋਂ ਕਿਸਾਨੀ ਸੰਘਰਸ਼ ਹੋਇਆ ਤੁਹਾਨੂੰ ਪਤਾ ਕਿਸ ਵਾਸਤੇ ਹੋਇਆ ਸੀ ਉਹ? ਜਿਹੜੇ ਕੇਂਦਰ ਨੇ 3 ਕਾਲੇ ਕਾਨੂੰਨ ਲਏ ਸੀਗੇ ਔਰ ਕਾਲੇ ਕਾਨੂੰਨ ਨੂੰ ਸਾਰੇ ਕਿਸਾਨਾਂ ਨਾਲ ਪੇਸ਼ ਕੀਤਾ ਸੀਗਾ ਤਾਂ ਕਿਸਾਨਾਂ ਨੇ ਉਹਨਾਂ ਦਾ ਵਿਰੋਧ ਕਰਨ ਨੂੰ ਧਰਨਾ ਸ਼ੁਰੂ ਕੀਤਾ ਸੀਗਾ। ਤੁਸੀਂ ਉੱਥੇ ਗਏ ਵੀ ਸੀਗੇ? ਆਪ ਵੀ ਗਏ ਸੀ? ਹਾਂਜੀ ਅਸੀਂ ਗਏ ਸੀਗੇ। ਕਿੰਨੇ ਦਿਨ ਲਾ ਕੇ ਆਏ ਸੀ? ਮੈਂ ਰਾਤ ਨਹੀਂ ਸੀ ਰਿਹਾ ਉੱਥੇ, ਪਰ ਮੈਂ ਵਿੱਚੋਂ ਵਿੱਚੋਂ ਜਾਂਦਾ ਰਿਹਾ ਸੀਗਾ। ਤੁਸੀਂ ਗਏ ਸੀਗੇ?
ਹਾਂਜੀ ਕਿੰਨੇ ਦਿਨ ਲਾ ਕੇ ਆਏ? 8-9 ਦਿਨ। 8-9 ਦਿਨ ਲਾ ਕੇ ਆਏ ਸੀ। ਹਾਂਜੀ ਤੇ ਹੁਣ ਜਦੋਂ ਚੈਪਟਰ ਪੜ੍ਹਦੇ ਹੋ ਕਿਸਾਨੀ ਅੰਦੋਲਨ ਬਾਰੇ ਕਿਵੇਂ ਲੱਗਦਾ? ਵਧੀਆ ਲੱਗਦਾ ਹੈ। ਵਧੀਆ ਲੱਗਦਾ ਹੈ। ਉਹ ਗੱਲਾਂ ਯਾਦ ਆਉਂਦੀਆਂ ਨੇ ਜਿਹੜੀਆਂ ਉੱਥੇ ਸੀਗੇ? ਕੀ ਯਾਦ ਆਉਂਦਾ? ਉੱਥੇ ਰਹਿਣ ਦੇ ਕਿਵੇਂ ਸੀ, ਲੰਗਰ, ਆ ਸਾਰਾ ਕੁਝ ਯਾਦ ਆਉਂਦਾ ਹੈ। ਲੰਗਰ ਛਕਿਆ? ਖੂਬ ਛਕਿਆ? ਹਾਂਜੀ ਤੇ ਚੈਪਟਰ 'ਚ ਕੀ ਲਿਖਿਆ ਹੋਇਆ? ਕੀ ਗੱਲਾਂ ਆਈਆਂ ਨੇ? ਚੈਪਟਰ 'ਚ ਅੰਦੋਲਨ ਸ਼ੁਰੂ ਕਿਉਂ ਹੋਇਆ ਉਹ ਲਿਖਿਆ ਹੋਇਆ ਹੈ। ਖਤਮ ਕਦੋਂ ਹੋਇਆ ਉਹ ਲਿਖਿਆ ਹੋਇਆ, ਉਹਦੇ ਅੰਦਰ ਕੀ ਹੋਇਆ ਉਹ ਵੀ ਲਿਖਿਆ ਹੋਇਆ ਹੈ। ਤਾਂ ਇੱਧਰ ਵੀ ਬੱਚੇ ਸਾਡੇ ਨਾਲ ਬੈਠੇ ਨੇ ਜਿਹੜੇ ਕਿ ਹਰ ਇੱਕ ਬੱਚੇ ਦੀ ਜਿਹੜੀ ਜਮਾਤ ਆ ਉਹ ਵੱਖਰੀ ਹੈ, ਪਰ ਜਿਹੜਾ ਕਿਸਾਨੀ ਅੰਦੋਲਨ ਸੀਗਾ, ਕਿਉਂਕਿ ਉਹ ਕਿਸਾਨ ਸੰਘਰਸ਼ 'ਚ ਬਹੁਤ ਵਾਰੀ ਗਏ ਹੋਏ ਸੀਗੇ, ਉੱਥੇ ਰਹਿ ਕੇ ਆਏ ਨੇ, ਤਾਂ ਸਾਰੇ ਕਿਸਾਨੀ ਦੇ ਜਿਹੜੇ ਚੈਪਟਰ ਨਾਲ ਜੁੜੇ ਹੋਏ ਨੇਗੇ। ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਤੁਸੀਂ ਕਿਹੜੀ ਕਲਾਸ 'ਚੋਂ? ਕੀ ਨਾਮ ਆ? ਮੈਂ 5th ਕਲਾਸ 'ਚ ਹਾਂ। ਮੇਰਾ ਨਾਮ ਪ੍ਰਤਾਪ ਹੈ। ਤੁਹਾਡਾ ਨਾਮ? ਗੁਰਨਿਵਾਸ ਸਿੰਘ। ਤੇ ਕਿਸਾਨੀ ਦਾ ਚੈਪਟਰ ਪੜ੍ਹਿਆ, ਕੀ ਸਮਝਣ ਨੂੰ ਮਿਲਿਆ ਇਹਦੇ ਅੰਦਰ? ਕੀ ਗੱਲਾਂ ਲਿਖੀਆਂ ਹੋਈਆਂ ਨੇ ਜਿਹੜੀਆਂ ਤੁਹਾਨੂੰ ਲੱਗਦੀਆਂ ਨੇ ਵੀ ਜਾਂ ਤੁਹਾਨੂੰ ਇੰਸਪਾਇਰ ਕਰ ਰਹੀਆਂ? ਇਹਦੇ ਅੰਦਰ ਉਹ ਸਾਰਾ ਕੁਝ ਲਿਖਿਆ ਹੋਇਆ, ਜੋ ਕੁਝ ਉੱਥੇ ਹੋਇਆ, ਸ਼ੁਰੂ ਕਦੋਂ ਹੋਇਆ, ਜੋ ਉੱਥੇ ਘਟਨਾਵਾਂ ਵਾਪਰੀਆਂ, ਸਾਰਾ ਕੁਝ ਉਰੇ ਲਿਖਿਆ ਹੋਇਆ ਹੈ। ਕਿਸਾਨਾਂ ਨੇ ਕਿਉਂ ਸੰਘਰਸ਼ ਕੀਤਾ ਸੀਗਾ? 3 ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ। ਉਹ ਕਿਵੇਂ ਉਹਨਾਂ ਵਾਸਤੇ ਮਾੜੇ ਸੀਗੇ? ਕਿਉਂਕਿ ਉਹ ਜਿਹੜੇ ਕਾਨੂੰਨ ਕਿਸਾਨਾਂ ਲਈ ਚੰਗੇ ਨਹੀਂ ਸੀਗੇ, ਪਰ ਬਹੁਤ ਗੰਦੇ ਸੀਗੇ। ਤੁਸੀਂ ਜਦੋਂ ਬੱਚਿਆਂ ਨੂੰ ਐਂ ਪੜ੍ਹਦੇ ਦੇਖਦੇ ਹੋ, ਕਿਵੇਂ ਲੱਗਦਾ ਤੁਹਾਨੂੰ ਵੀ ਕਿਸਾਨ ਅੰਦੋਲਨ ਬਾਰੇ ਪੜ੍ਹ ਰਹੇ ਆ, ਚੈਪਟਰ ਪੜ੍ਹ ਰਹੇ ਹੈਗੇ ਆ? ਬਹੁਤ ਵਧੀਆ ਲੱਗ ਰਿਹਾ ਜੀ। ਜਦੋਂ ਇਹ ਕਿਸਾਨ ਅੰਦੋਲਨ ਚੱਲ ਰਿਹਾ ਸੀ ਉਦੋਂ ਵੀ ਅਸੀਂ ਮਹਿਸੂਸ ਕਰਦੇ ਸੀ ਕਿ ਇਹ ਸਾਡੇ ਇਤਿਹਾਸ ਦਾ ਹਿੱਸਾ ਬਣ ਰਹੇ ਨੇ, ਅਤੇ ਉਹੀ ਬੜੀ ਖੁਸ਼ੀ ਹੋ ਰਹੀ ਹੈ ਕਿ ਉਹ ਕਿਤਾਬਾਂ ਦੇ ਵਿੱਚ ਸਿਲੇਬਸ ਦੇ ਰੂਪ ਵਿੱਚ ਬੱਚੇ ਪੜ੍ਹ ਰਹੇ ਨੇ। ਅੱਗੋਂ ਆਉਣ ਵਾਲੀਆਂ ਪੀੜ੍ਹੀਆਂ ਵੀ ਪੜ੍ਹਨਗੀਆਂ। ਹੁਣ ਇਹ ਬੱਚੇ ਤਾਂ ਆਪ ਵੀ ਸ਼ਾਮਲ ਹੋਏ ਨੇ ਸੰਘਰਸ਼ ਦੇ ਵਿੱਚ। ਉੱਥੇ ਇਹਨਾਂ ਨੇ ਆਪਣੇ ਅੱਖੀਂ ਦੇਖਿਆ ਕਿ ਕਿਸ ਤਰ੍ਹਾਂ ਕਿਸਾਨ ਗਰਮੀ, ਸਰਦੀ, ਮੀਂਹ ਦੇ ਵਿੱਚ ਔਕੜਾਂ ਝੱਲਦੇ ਹੋਏ ਡਟੇ ਬੈਠੇ ਸੀ। ਸਭ ਦੇ ਮਨ ਵਿੱਚ ਇਹੀ ਸੀ ਕਿ ਜੇ ਇਹ ਕਾਨੂੰਨ ਲਾਗੂ ਹੋ ਗਏ ਤਾਂ ਸਾਡੀਆਂ ਜ਼ਮੀਨਾਂ ਵੀ ਖੁੱਸਣਗੀਆਂ, ਸਾਡੇ ਉੱਤੇ ਹੋਰ ਵੀ ਕਿੰਨੇ ਅਤਿਆਚਾਰ ਹੋਣਗੇ ਸਰਕਾਰ ਵੱਲੋਂ। ਇਸ ਲਈ ਉੱਥੇ ਇਕੱਠੇ ਹੋ ਕੇ ਬੈਠਣਾ ਕਿਸਾਨਾਂ ਮਜ਼ਦੂਰਾਂ ਲਈ ਜ਼ਰੂਰੀ ਸੀ। ਇਹ ਵੀ ਹੈ ਕਿ ਉੱਥੇ ਇਕੱਲੇ ਕਿਸਾਨ ਮਜ਼ਦੂਰ ਨਹੀਂ ਸੀ ਬੈਠੇ, ਉੱਥੇ ਸਭ ਵਰਗਾਂ ਦੇ ਹੀ ਲੋਕ ਡਟੇ ਬੈਠੇ ਸੀ, ਚਾਹੇ ਉਹ ਮੁਲਾਜ਼ਮ ਨੇ। ਸਾਰਿਆਂ ਨੇ ਹੀ ਇਸ ਅੰਦੋਲਨ ਨੂੰ ਆਪਣੀ ਪੂਰੀ ਹਮਾਇਤ ਦਿੱਤੀ ਸੀ। ਇੱਥੋਂ ਤੱਕ ਕਿ ਅਲੱਗ-ਅਲੱਗ ਸੂਬਿਆਂ ਦੇ ਲੋਕ ਵੀ, ਹਰਿਆਣਾ, ਪੰਜਾਬ ਦਾ ਤਾਂ ਮੋਢੀ ਹੈ ਉਹ ਹੀ ਹੈ ਸੀ ਪੰਜਾਬ ਤਾਂ, ਹਰਿਆਣੇ ਨੇ ਵੀ ਛੋਟਾ ਭਰਾ ਬਣ ਕੇ ਪੂਰਾ ਸਾਥ ਦਿੱਤਾ ਪੰਜਾਬ ਦਾ। ਤਾਂ ਬੱਚੇ ਤੁਹਾਨੂੰ ਸੌਖ ਲੱਗਦੀ ਹੈ ਵੀ ਜਿਹੜੀ ਚੀਜ਼ ਤੁਸੀਂ ਆਪ ਆਪਣੇ ਅੱਖੀਂ ਦੇਖੀ ਹੈ, ਉੱਥੇ ਰਹਿ ਕੇ ਆਏ ਹੋ, ਤਾਂ ਹੁਣ ਜੋ ਚੈਪਟਰ ਪੜ੍ਹਦੇ ਹੋ ਜ਼ਿਆਦਾ ਸੌਖੀ ਸਮਝ ਆਉਂਦੀ ਹੈ? ਹਾਂਜੀ, ਸਾਨੂੰ ਚੈਪਟਰ ਜਦੋਂ ਅਸੀਂ ਪੜ੍ਹਦੇ ਹਾਂ ਸਾਨੂੰ ਯਾਦ ਆਉਂਦਾ ਕਿ ਉਹ ਸਮਾਂ ਜਦ ਸਾਰੇ ਕਿਸਾਨ ਉਹ ਚੀਜ਼ਾਂ ਦਾ ਮੁਕਾਬਲਾ ਕਰਦੇ ਸੀਗੇ। ਸਾਨੂੰ ਜਦੋਂ ਚੈਪਟਰ 'ਚ ਅਸੀਂ ਲਾਈਨਾਂ ਪੜ੍ਹਦੇ ਸਾਨੂੰ ਯਾਦ ਆਉਂਦੇ ਉੱਥੇ ਕਿੱਦਾਂ ਸਭ ਕੁਝ ਹੁੰਦਾ ਸੀਗਾ। ਕਿਹੜੀ ਪਿਕਚਰ ਜਿਹੜੀ ਤੁਹਾਡੇ ਮਨ 'ਚ ਆਉਂਦੀ ਹੈ ਸਭ ਤੋਂ ਪਹਿਲਾਂ? ਜੋ ਕਿਸਾਨ ਅੰਦੋਲਨ ਦੀ ਗੱਲ ਹੁੰਦੀ ਹੈ, ਕੋਈ ਇਹੋ ਜਿਹੀ ਚੀਜ਼ ਤੁਹਾਡੇ ਠਾ ਦੇ ਇੱਕ ਇਮੈਜਿਨ ਕਰ ਲੈਂਦੇ ਤੁਸੀਂ ਫਟਾਫਟ? ਮੈਨੂੰ ਜਿਹੜੇ ਉਹ ਕੱਚੇ ਘਰ ਅਤੇ ਉਹ ਲੰਗਰ ਯਾਦ ਆਉਂਦੇ ਨੇ ਜਦੋਂ ਮੈਂ ਪੜ੍ਹਦਾ ਜਾਂ ਕੁਛ ਵੀ ਯਾਦ ਕਰਦਾ ਉਹਦੇ ਬਾਰੇ, ਅੰਦੋਲਨ ਬਾਰੇ। ਜਦੋਂ ਵੀ ਤੁਸੀਂ ਕਿਸਾਨੀ ਅੰਦੋਲਨ, ਤਾਂ ਕੱਚੇ ਘਰ ਜਿੱਥੇ ਕਿਸਾਨ ਰਹਿ ਰਹੇ ਸੀ ਅਤੇ ਜਿਵੇਂ ਲੰਗਰ ਵਰਤਾਇਆ ਜਾਂਦਾ ਸੀ ਲੋਕਾਂ ਵਾਸਤੇ, ਉਹ ਯਾਦ ਆਉਂਦਾ? ਹਾਂਜੀ, ਉਹ ਮਤਲਬ ਜਿਹੜੇ ਲੰਗਰ ਵਗੈਰਾ ਉਹ 'ਚ ਕਿਸਾਨ ਕਿੱਦਾਂ ਸਾਰੇ ਸਾਂਝੇ ਹੋ ਕੇ ਸਾਰੀ ਜਾਤਾਂ ਦੇ ਲੋਕ ਇਕੱਠੇ ਬੈਠਦੇ ਸੀਗੇ, ਸਾਰੇ ਇਕੱਠੇ ਲੰਗਰ ਛਕਦੇ ਸੀਗੇ, ਸਾਰੇ ਲੋਕ ਉੱਥੇ ਦਾ ਸਮਾਨ ਲਿਆਉਂਦੇ ਸੀਗੇ, ਕਿੱਦਾਂ ਸਭ ਚੱਲਦਾ ਸੀਗਾ, ਉਹ ਯਾਦ ਆਉਂਦਾ। ਤੁਹਾਨੂੰ ਸੁਨੇਹਾ ਜਦੋਂ ਚੈਪਟਰ ਪੜ੍ਹਿਆ ਜਾਂ ਵੈਸੇ ਜਦੋਂ ਹੁੰਦਾ, ਕੀ ਮੈਸੇਜ ਤੁਹਾਨੂੰ ਮਿਲਦਾ ਹੈਗਾ ਕਿਸਾਨੀ ਅੰਦੋਲਨ ਤੋਂ? ਸਾਨੂੰ ਜਿਵੇਂ ਕਿਸਾਨੀ ਅੰਦੋਲਨ ਜਿਹੜਾ ਸੀਗਾ ਇਹ 'ਚ ਆਪਾਂ ਨੂੰ ਇੱਦਾਂ ਦਾ ਮੈਸੇਜ ਮਿਲਦਾ ਕਿ ਸਭ ਨੂੰ ਇਕਜੁੱਟ ਹੋ ਕੇ ਰਹਿਣਾ ਚਾਹੀਦਾ ਹੈ। ਕੋਈ ਵੀ ਮੁਸੀਬਤ ਆਵੇ ਆਪਾਂ ਉਹਦਾ ਸਾਹਮਣਾ ਕਰ ਸਕਦੇ ਹਾਂ, ਬਸ ਸਭ ਨੂੰ ਇਕਜੁੱਟ ਹੋ ਕੇ ਰਹਿਣਾ ਚਾਹੀਦਾ। ਪਹਿਲਾਂ ਥੋੜ੍ਹਾ ਆਪਣਾ ਨਾਮ ਦੱਸ ਦਿਓ। ਮੇਰਾ ਨਾਮ ਅਕਾਲਜੋਤ ਕੌਰ। ਤੁਸੀਂ ਆਪਣੇ ਬੱਚਿਆਂ ਨੂੰ ਐਂ ਦੇਖਦੇ ਹੋ ਕਿਸਾਨੀ ਸੰਘਰਸ਼ ਬਾਰੇ, ਤੁਸੀਂ ਆਪ ਵੀ ਉੱਥੇ ਗਏ ਹੋਵੋਗੇ, ਸਾਰਾ ਦੇਖਿਆ ਹੈਗਾ, ਕਿਵੇਂ ਲੱਗਦਾ ਹੈਗਾ? ਘਰੇ ਕਿਵੇਂ ਹੁਣ ਵੀ ਗੱਲਾਂ ਹੁੰਦੀਆਂ ਰਹਿੰਦੀਆਂ ਨੇ?
ਹਾਂਜੀ, ਜਦੋਂ ਇਹ ਬੁੱਕਸ ਮਿਲੀਆਂ ਤੇ ਅਸੀਂ ਚੈਪਟਰ ਖੋਲ੍ਹੇ ਤਾਂ ਬੜਾ ਵਧੀਆ, ਬੜੀ ਖੁਸ਼ੀ ਕਹਿ ਲਓ, ਹੈਰਾਨੀ ਭਰੀ ਖੁਸ਼ੀ ਹੋਈ ਜਦੋਂ ਇਹ ਚੈਪਟਰ ਦੇਖਿਆ ਕਿ ਕਿਸਾਨ ਅੰਦੋਲਨ ਦਾ ਇੰਨੀ ਜਲਦੀ ਚੈਪਟਰ ਬੱਚਿਆਂ ਦੇ ਸਿਲੇਬਸ ਦੇ ਵਿੱਚ ਸ਼ਾਮਲ ਕਰ ਲਿਆ ਹੈ। ਅਤੇ ਬਹੁਤ ਅੱਛਾ ਲੱਗਿਆ ਕਿ ਜਿਹੜੀ ਆਉਣ ਵਾਲੀ ਪੀੜ੍ਹੀ ਦੇ ਲਈ, ਜਾਂ ਕਹਿ ਲਓ ਕਿ ਇਹਨਾਂ ਬੱਚਿਆਂ ਦੇ ਲਈ, ਇਹ ਲਿਖਤੀ ਰੂਪ ਦੇ ਵਿੱਚ ਪ੍ਰਮਾਣਿਕਤਾ ਹੁਣ ਇਹ ਮਿਲ ਗਈ ਹੈ ਅੰਦੋਲਨ ਦੀ, ਅਤੇ ਇਹ ਪੜ੍ਹਨਗੇ। ਕਿਉਂਕਿ ਜਿਹੜੇ ਬੱਚੇ ਉਦੋਂ ਨਹੀਂ ਵੀ ਗਏ ਉੱਥੇ, ਉਹਨਾਂ ਨੂੰ ਵੀ ਇਹ ਜਦੋਂ ਪੜ੍ਹਨਗੇ, ਦੇਖਣਗੇ ਤਾਂ ਉਹਨਾਂ ਨੂੰ ਚੰਗਾ ਲੱਗੇਗਾ। ਅਤੇ ਜਿਹੜੇ ਬੱਚੇ ਉਦੋਂ ਉੱਥੇ ਜਾਂਦੇ ਰਹੇ, ਉਹਨਾਂ ਨੂੰ ਵੈਸੇ ਇਹ ਵਧੀਆ ਲੱਗੂਗਾ ਕਿ ਅਸੀਂ ਉਸੇ ਚੀਜ਼ ਦੇ ਵਿੱਚ ਹੀ, ਜਿਹੜੀ ਚੀਜ਼ ਅਸੀਂ ਉੱਥੇ ਦੇਖਦੇ ਸੀ, ਹੁਣ ਉਹ ਅਸੀਂ ਪੜ੍ਹ ਰਹੇ ਹਾਂ, ਅਤੇ ਉਹਨਾਂ ਨੂੰ ਸਾਰਾ ਕੁਛ ਯਾਦ ਕਰਕੇ, ਜਿਵੇਂ ਕਹਿ ਲਓ ਕਿ ਦੁਬਾਰਾ ਤੋਂ ਉਹਨਾਂ ਦੀ ਰਿਵੀਜ਼ਨ ਹੁੰਦੀ ਹੈ। ਹਾਂਜੀ, ਵਧੀਆ। ਇੱਕ ਵਾਰ ਤੁਹਾਨੂੰ ਦੱਸ ਦਈਏ ਵੀ ਮੋਹ ਦੀਆਂ ਤੰਦਾਂ ਪੰਜਾਬੀ ਪੁਸਤਕ ਹੈ ਇਹ, ਗਲੋਬਲ ਲਰਨਿੰਗ ਸੋਲਿਊਸ਼ਨਸ ਜਿਹੜੇ ਹੈਗੇ ਆ ਪਬਲਿਸ਼ਰ ਹੈਗੇ ਆ। 11ਵਾਂ ਚੈਪਟਰ ਹੈ ਇਸ ਬੁੱਕ ਦੇ ਅੰਦਰ, ਇਸ ਕਿਤਾਬ ਦੇ ਅੰਦਰ ਕਿਸਾਨੀ ਸੰਘਰਸ਼ ਨੂੰ ਜਿਹੜਾ ਡੈਡੀਕੇਟ ਕੀਤਾ ਗਿਆ ਜਾਂ ਕਹਿ ਲਓ ਸਮਰਪਿਤ ਕੀਤਾ ਗਿਆ ਹੈਗਾ। ਤਾਂ 4 ਪੰਨੇ ਲਿਖੇ ਹੋਏ ਆ, ਵੱਖ-ਵੱਖ ਚੀਜ਼ਾਂ ਨੇ, ਇਹਦੇ ਸਾਰੇ ਅਰਥ ਵੀ ਦੱਸੇ ਹੋਏ ਨੇ, ਜਿਹੜੇ ਗੁੰਝਲਦਾਰ ਸ਼ਬਦ ਹੈਗੇ ਨੇ, ਅਤੇ ਉਸ ਦੇ ਨਾਲ ਹੀ ਫੋਟੋਆਂ ਵੀ ਲਾਈਆਂ ਗਈਆਂ, ਜਿਵੇਂ ਬਜ਼ੁਰਗ ਮਾਤਾਵਾਂ, ਬੀਬੀਆਂ, ਜਿਹੜੀਆਂ ਔਰਤਾਂ ਦਾ ਬਹੁਤ ਵੱਡਾ ਰੋਲ ਸੀ ਸੰਘਰਸ਼ ਦੇ ਅੰਦਰ, ਉਹ ਵੀ ਫੋਟੋਆਂ ਇਹਦੇ 'ਚ ਲੱਗੀਆਂ ਹੋਈਆਂ। ਫਿਰ ਹਾਲਾਂਕਿ ਪੁਲਿਸ ਨਾਲ ਕਿਸਾਨਾਂ ਦਾ ਟਕਰਾਅ ਰਹਿੰਦਾ ਸੀਗਾ, ਬਹੁਤ ਵਾਰੀ ਵਾਟਰ ਕੈਨਨ ਚੱਲਦੇ ਸੀਗੇ, ਲਾਠੀ ਚਾਰਜ ਹੁੰਦਾ ਸੀਗਾ, ਅਤੇ ਪਥਰਾਵ ਵੀ ਹੁੰਦਾ ਸੀਗਾ, ਅਤੇ ਉਹਦੇ ਅੰਦਰ ਜਿਹੜੇ ਫੋਟੋ ਲਾਈ ਗਈ ਹੈ ਵੀ ਕਿਵੇਂ ਪੁਲਿਸ ਵਾਲੇ ਵੀ ਲੰਗਰ ਛਕ ਰਹੇ ਨੇ ਕਿਸਾਨੀ ਅੰਦੋਲਨ ਦੇ ਦੌਰਾਨ ਹੀ, ਕਿਸਾਨਾਂ ਦੇ ਨਾਲ ਬੈਠ ਕੇ। ਤਾਂ ਉਹ ਵੀ ਇੱਕ ਵਧੀਆ ਫੋਟੋ ਜਿਹੜੀ ਹੈ ਲਾ ਕੇ ਦਿਖਾਈ ਗਈ ਹੈ। ਅਤੇ ਨਾਲ ਹੀ ਇੱਕ ਫੋਟੋ ਹੋਰ ਵੀ ਲਾਈ ਗਈ ਹੈ, ਜਿਹਦੇ ਅੰਦਰ ਇੱਕ ਬਜ਼ੁਰਗ ਨੇ ਆਪਣੇ ਮੋਢਿਆਂ ਦੇ ਉੱਤੇ, ਗਧਾੜਿਆਂ ਦੇ ਉੱਤੇ ਛੋਟੇ ਜਵਾਕ ਨੂੰ ਚੱਕਿਆ ਗਿਆ ਹੋਇਆ, ਇੱਕ ਸਿੰਬੋਲਿਕ ਪਿਕਚਰ ਲਾਈ ਗਈ ਹੈ, ਅਤੇ ਨਾਲ ਝੰਡਾ ਫੜਿਆ ਹੋਇਆ ਹੈਗਾ, ਜਿਹਦੇ 'ਚ ਉਹ ਦੱਸ ਰਹੇ ਨੇਗੇ ਵੀ ਕਿਸਾਨੀ ਸੰਘਰਸ਼ ਬਾਰੇ। ਤਾਂ ਵੱਖ-ਵੱਖ ਚੀਜ਼ਾਂ 'ਚ ਸਾਰੀਆਂ ਦੱਸੀਆਂ ਹੋਈਆਂ ਨੇਗੀਆਂ ਵੀ ਸੰਘਰਸ਼ ਕਿਉਂ ਸ਼ੁਰੂ ਹੋਇਆ, ਕੀ ਉਹਦੇ ਕਾਰਨ ਸੀਗੇ, ਅਤੇ ਕਿਵੇਂ ਸੰਯੁਕਤ ਮੋਰਚੇ ਨੇ ਇਕੱਠੇ ਹੋ ਕੇ ਇਹ ਲੜਾਈ ਲੜੀ। ਅਤੇ ਉਸ ਤੋਂ ਬਾਅਦ ਇੱਕ ਹੋਰ ਵੀ ਜਿਹੜੀ ਟਾਈਟਲ ਦਿੱਤਾ ਹੋਇਆ, ਪੰਜਾਬ ਅਤੇ ਹਰਿਆਣੇ ਦੀਆਂ ਦੂਰੀਆਂ ਮਿਟੀਆਂ। ਹਾਲਾਂਕਿ ਜੇ ਅੱਜ ਕੱਲ੍ਹ ਦੀ ਆਪਾਂ ਗੱਲ ਕਰ ਲਈਏ, ਕਿਉਂਕਿ ਚੰਡੀਗੜ੍ਹ ਦਾ ਮਸਲਾ ਪੰਜਾਬ ਦੀ ਸਿਆਸਤ 'ਚ ਭਖਿਆ ਹੋਇਆ, ਅਤੇ ਦੂਜੇ ਪਾਸੇ ਹੁਣ ਹਰਿਆਣੇ ਦੀ ਸਰਕਾਰ ਵੀ ਇਸ ਦੇ ਉੱਤੇ ਆਪਣੇ ਬਿਆਨਬਾਜ਼ੀ ਕਰ ਰਹੀ, ਇੱਕ ਤਰ੍ਹਾਂ ਦਾ ਟਕਰਾਅ ਦੀ ਜਿਹੜੀ ਸਥਿਤੀ ਹੈ ਉਹ ਬਣਦੀ ਜਾ ਰਹੀ ਹੈ। ਪਰ ਜਿਹੜਾ ਸੰਘਰਸ਼ ਹੈ ਉਹਦੇ 'ਚੋਂ ਜਿਹੜਾ ਮੈਸੇਜ ਆ ਗਿਆ ਸੀਗਾ, ਉਹ ਸੀਗਾ ਸਾਰੀ ਜਿਹੜੀ ਦੂਰੀਆਂ ਸੀਗੀਆਂ ਦੋ ਸੂਬਿਆਂ ਦੇ ਵਿਚਕਾਰ, ਜਿਵੇਂ ਕਿ ਮੈਮ ਨੇ ਵੀ ਕਿਹਾ ਵੀ ਛੋਟੇ ਭਰਾ ਵਾਂਗੂ ਹਰਿਆਣੇ ਨੇ ਸਾਥ ਦਿੱਤਾ, ਉਹ ਮਿਟੀਆਂ ਸੀਗੀਆਂ। ਰਾਜਸਥਾਨ, ਉੱਤਰਾਖੰਡ, ਯੂਪੀ, ਬਿਹਾਰ ਤੋਂ, ਮਹਾਰਾਸ਼ਟਰ ਤੋਂ, ਬੰਗਾਲ ਤੋਂ, ਸਾਰੇ ਜਿਹੜੇ ਸੂਬੇ ਜਦੋਂ ਜੁੜੇ ਸੰਘਰਸ਼ ਨਾਲ, ਤਾਂ ਸਭ ਨੇ ਇੱਕ ਸਾਂਝੀਵਾਲਤਾ, ਇਕੱਠੇ ਹੋਏ, ਆਪਦੀ ਦੂਰੀਆਂ ਮਿਟਾਈਆਂ। ਜਿਹੜੇ ਮਾੜੇ ਮੋਟੇ ਫਰਕ ਲੋਕਾਂ 'ਚ ਲੱਗਦੇ ਸੀ ਜਾਂ ਬਣਾ ਦਿੱਤੇ ਜਾਂਦੇ ਸੀਗੇ ਸਿਆਸਤਦਾਨਾਂ ਵੱਲੋਂ, ਉਹ ਦੂਰ ਵੀ ਹੋਏ ਨੇ। ਤਾਂ ਹਰਿਆਣੇ ਪੰਜਾਬ ਦਾ ਤੁਹਾਨੂੰ ਪਤਾ ਹੀ ਹੈ, ਮੁੱਦਾ ਵੀ ਚੱਲ ਰਿਹਾ ਹੈਗਾ ਹੁਣੀ ਕਰੰਟਲੀ, ਚੰਡੀਗੜ੍ਹ ਨੂੰ ਲੈ ਕੇ ਸੈਸ਼ਨ ਪੰਜਾਬ ਨੇ ਬੁਲਾਇਆ, ਤਾਂ ਹੁਣ ਹਰਿਆਣੇ ਨੇ ਵੀ ਬੁਲਾ ਲਿਆ। ਤਾਂ ਜਦੋਂ ਬੱਚੇ ਪੜ੍ਹਦੇ, ਤੁਹਾਨੂੰ ਲੱਗਦਾ ਵੀ ਜਿਹੜੀਆਂ ਸਿਆਸੀ ਗੱਲਾਂ ਹੁੰਦੀਆਂ ਨੇ ਉਹ ਤੋਂ ਸਮਝ ਪਾਉਣਗੇ ਵੀ ਉਦੋਂ ਅਗਲੀ ਗੱਲ ਕੀ ਹੈ? ਦੇਖੋ, ਇਹ ਤਾਂ ਜਿਹੜਾ ਮਸਲਾ ਹੈ ਇਹ ਸਿਆਸਤ ਦਾ ਹੈ, ਅਤੇ ਆਪਾਂ ਚਾਹੁੰਦੇ ਹਾਂ ਕਿ ਇਹਨੂੰ ਸਹੀ ਤਰੀਕੇ ਦੇ ਨਾਲ ਜੋ ਹੱਕ ਹੈ ਉਹਨੂੰ ਉੱਦਾਂ ਹੀ ਦਿੱਤਾ ਜਾਵੇ। ਅਤੇ ਆਪਾਂ ਮੁੱਖ ਜਿਹੜੀ ਗੱਲ ਆ ਉਹ ਹੈ ਕਿ ਬੱਚਿਆਂ ਨੇ ਇਸ ਅੰਦੋਲਨ 'ਚ ਇਹ ਚੀਜ਼ ਸਿੱਖੀ ਸੀ ਕਿ ਹਰਿਆਣਾ ਅਤੇ ਪੰਜਾਬ ਇਹ ਮਿਲ ਕੇ ਕਿਸ ਤਰ੍ਹਾਂ ਉੱਥੇ ਲੜਾਈ ਲੜੇ, ਅਤੇ ਕਿਵੇਂ ਹਰਿਆਣੇ ਨੇ ਆਪਣਾ ਸਾਥ ਦਿੱਤਾ। ਕਿਉਂਕਿ ਅਸਲ ਦੇ ਵਿੱਚ ਜਿਹੜੇ ਲੋਕਾਂ ਦੇ ਦਿਲ ਨੇ ਉਹ ਤਾਂ ਇੱਕ ਨੇ। ਇਹ ਜਿਹੜੇ ਮੁੱਦੇ ਨੇ ਇਹਨਾਂ ਨੂੰ ਉੱਪਰੋਂ ਆਪਾਂ ਕਹਿ ਲਈਏ ਕਿ ਜੋ ਜਾਇਜ਼ ਹੈ ਉਸ ਤਰ੍ਹਾਂ ਹੱਲ ਕਰ ਦਿੱਤਾ ਜਾਵੇ। ਲੋਕਾਂ ਦੀਆਂ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਯੂਜ਼ ਨਾ ਕੀਤਾ ਜਾਵੇ ਇਹਨਾਂ ਮਸਲਿਆਂ ਨੂੰ ਹੱਲ ਕਰਨ ਦੇ ਲਈ। ਗੱਲ ਮੈਂ ਤੁਹਾਨੂੰ ਇਹ ਵੀ ਪੁੱਛਣਾ ਚਾਹੁੰਦਾ, ਜਦੋਂ ਤੁਹਾਨੂੰ ਪਹਿਲੀ ਵਾਰ ਪਤਾ ਲੱਗਿਆ ਵੀ ਬੁੱਕ 'ਚ ਇਹ ਚੈਪਟਰ ਹੈਗਾ, ਤੁਹਾਨੂੰ ਬੱਚਿਆਂ ਨੇ ਆ ਕੇ ਦੱਸੀ ਇਹ ਗੱਲ ਕਿ ਤੁਸੀਂ ਬੱਚਿਆਂ ਨੂੰ ਦੱਸੀ? ਮੈਂ ਖੁਦ ਦੇਖੀ ਕਿ ਇਹ ਚੈਪਟਰ ਹੈ, ਅਤੇ ਮੈਨੂੰ ਬੜੀ ਖੁਸ਼ੀ ਹੋਈ ਦੇਖ ਕੇ ਕਿ ਬੱਚੋ ਦੇਖੋ ਇਹ ਚੀਜ਼ ਵੀ ਤੁਹਾਡੇ ਇੱਕਦਮ ਜਲਦੀ ਇਹ ਚੈਪਟਰ ਵੀ ਆ ਗਿਆ ਹੈ, ਅਤੇ ਤੁਹਾਡੀਆਂ ਦੁਬਾਰਾ ਸਾਰਾ ਯਾਦਾਂ ਤਾਜ਼ੀਆਂ ਹੋ ਜਾਣਗੀਆਂ। ਅਤੇ ਇੱਕ ਅੱਗੇ ਲਈ ਵੀ ਜਿਵੇਂ ਕਹਿੰਦੇ ਨਾ ਕਿ ਸਿੱਕੇ ਬੰਦ ਹੋ ਗਈ ਹੈ ਚੀਜ਼, ਕਿ ਹਾਂਜੀ ਇਹ ਇੱਕ ਚੈਪਟਰ ਹੈ ਅਤੇ ਬੱਚੇ ਪੜ੍ਹਨਗੇ ਇਹਦੇ ਕੁਐਸਚਨ ਆਨਸਰ ਨੂੰ ਇੱਕ ਤਰੀਕੇ ਨਾਲ, ਕਿ ਸਿਰਫ ਇਹ ਭਾਵਨਾਤਮਕ ਨਹੀਂ, ਇਹਨਾਂ ਦੀ ਪੜ੍ਹਾਈ ਦੇ ਲਈ ਵੀ ਇਹ ਚੀਜ਼ ਹੁਣ ਇਹ ਬਣ ਗਈ ਹੈ। ਹਾਂਜੀ, ਜਿਵੇਂ ਮੈਂ ਬੱਚੇ ਨੂੰ ਸਵਾਲ ਪੁੱਛਿਆ ਸੀ, ਸਮਝਾਉਣ ਦੀ ਜ਼ਿਆਦਾ ਲੋੜ ਨਹੀਂ, ਕਿਉਂਕਿ ਵਿਜ਼ੂਅਲਸ ਆਟੋਮੈਟਿਕਲੀ ਬੱਚੇ ਦੇ ਦਿਮਾਗ 'ਚ ਆ ਜਾਂਦੇ ਨੇ। ਤਾਂ ਤੁਹਾਨੂੰ ਲੱਗਦਾ ਵੀ ਇਹਦੇ 'ਚ ਜਿਹੜਾ ਮੈਸੇਜ ਹੈ ਬੱਚਿਆਂ, ਜੋ ਤੁਸੀਂ ਗੱਲਬਾਤ ਕਰਦੇ ਹੋ, ਕਿਉਂਕਿ ਕੈਮਰੇ ਕਈ ਵਾਰ ਬੱਚਾ ਸ਼ਾਏ ਹੋ ਜਾਂਦਾ, ਤੁਹਾਨੂੰ ਕੀ ਲੱਗਦਾ ਬੱਚਿਆਂ ਨੇ ਕੀ ਸੁਨੇਹਾ ਲੈ ਕੇ ਆਏ ਨੇ? ਸਾਂਝੀਵਾਲਤਾ ਦਾ ਹੈਗਾ, ਭਾਈਚਾਰਕ ਸਾਂਝ ਦਾ ਹੈਗਾ, ਕਿਸਾਨਾਂ ਬਾਰੇ ਕਿੰਨੀ ਜਾਗਰੂਕਤਾ ਹੋਈ ਹੈ? ਹਾਂਜੀ, ਨਹੀਂ ਬੱਚੇ
ਅਸਲ ਦੇ ਵਿੱਚ ਪਹਿਲਾਂ ਤੋਂ ਹੀ ਸਾਡੇ ਬੱਚੇ ਤਾਂ ਇਸ ਚੀਜ਼ ਨੂੰ ਚੰਗੀ ਤਰ੍ਹਾਂ ਸਮਝਦੇ ਆ ਕਿ ਅਸੀਂ ਪੰਜਾਬੀਆਂ, ਪੰਜਾਬੀਅਤ ਦੀ ਇਹਨਾਂ ਦੇ ਵਿੱਚ ਬਹੁਤ ਡੂੰਘੀ ਭਾਵਨਾ ਹੈ, ਆਪਣੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਨੇ, ਘਰ 'ਚ ਵੀ ਪੰਜਾਬੀ ਅਸੀਂ ਬੋਲਦੇ ਹਾਂ। ਪਰ ਉਹ ਜਿਹੜਾ ਇੱਕ ਚੀਜ਼ ਇਹਨਾਂ ਨੇ ਦੇਖੀ ਕਿ ਜਦੋਂ ਵੀ ਕੋਈ ਇੱਦਾਂ ਤੁਹਾਡੇ ਅਨਿਆਂ ਹੋਵੇ, ਤੁਹਾਡੇ ਹੱਕਾਂ 'ਤੇ ਕੋਈ ਵੀ ਹਮਲਾ ਹੋਵੇ, ਤਾਂ ਉਹਨੂੰ ਕਿਸ ਤਰ੍ਹਾਂ ਉਹਦੇ ਲਈ ਇੱਕਦਮ ਇਕੱਠੇ ਹੋ ਜਾਣਾ ਅਤੇ ਕਿਵੇਂ ਜੂਝਣਾ ਹਰ ਹਾਲਤ ਵਿੱਚ, ਚਾਹੇ ਹਾਲਾਤ ਤੁਹਾਡੇ ਲਈ ਜਿੰਨੇ ਮਰਜ਼ੀ ਔਖੇ ਹੋਣ, ਉਸ ਸਮੇਂ ਹੌਸਲਾ, ਸਬਰ, ਸਿਦਕ ਸਾਰਾ ਕਾਇਮ ਰੱਖਣਾ ਅਤੇ ਕਦੇ ਨਾ ਕਦੇ ਜਿੱਤ ਜ਼ਰੂਰ ਪ੍ਰਾਪਤ ਹੁੰਦੀ ਹੈ। ਫਿਰ ਇਹ ਬੱਚਿਆਂ ਨੇ ਬਹੁਤ ਚੰਗੀ ਤਰ੍ਹਾਂ ਇਹ ਚੀਜ਼ ਸਿੱਖੀ ਹੈ। ਕਿਸਾਨ ਅੰਦੋਲਨ ਤੋਂ ਪਹਿਲਾਂ ਕਦੇ ਅੰਦੋਲਨ ਬਾਰੇ ਸੁਣਿਆ ਸੀਗਾ ਵੀ ਅੰਦੋਲਨ ਕੀ ਹੁੰਦਾ ਹੈ ਜਾਂ ਸੰਘਰਸ਼ ਕੀ ਹੁੰਦਾ ਹੈ? ਕਿਸਾਨੀ ਬਾਰੇ ਪਤਾ ਸੀ? ਹਾਂਜੀ, ਮੈਂ ਪਹਿਲਾਂ ਪੜ੍ਹਿਆ ਹੋਇਆ ਸੀਗਾ ਕਿ ਜਿੱਦਾਂ ਦੂਜੇ ਕੰਟਰੀਜ਼ ਦੇ ਵਿੱਚ ਵੀ ਹੁੰਦੇ ਨੇ ਪ੍ਰੋਟੈਸਟ ਕਿਸੇ ਚੀਜ਼ ਦੇ ਅਗੇਂਸਟ, ਤਾਂ ਮੈਨੂੰ ਅੰਦੋਲਨ ਬਾਰੇ ਪਤਾ ਸੀਗਾ। ਬਟ ਜਿਹੜਾ ਇਹ ਅੰਦੋਲਨ ਹੋਇਆ, ਇਹ ਤਾਂ ਹੁਣ ਬਹੁਤ ਹੀ ਵੱਡਾ ਅੰਦੋਲਨ ਸੀਗਾ। ਇਹ ਅੰਦੋਲਨ ਜਿਹੜਾ ਸਾਰੇ ਲੋਕਾਂ ਨੇ ਇਕਜੁੱਟ ਹੋ ਕੇ ਲੜਿਆ, ਇਹ ਤਾਂ ਬਹੁਤ ਵੱਡਾ ਸੀਗਾ। ਇਹ ਜਿਹੜਾ ਅਸੀਂ ਖੁਦ ਆਪਣੀ ਅੱਖਾਂ ਤੋਂ ਦੇਖਿਆ, ਇਹਦਾ ਅਲੱਗ ਹੀ ਹੁੰਦਾ ਹੈ। ਜਿਹੜੀ ਰਿਐਲਿਟੀ 'ਚ ਇਹਨਾਂ ਨੇ ਅੰਦੋਲਨ ਦੇਖਿਆ, ਤੁਹਾਨੂੰ ਪਤਾ ਸੀ ਅੰਦੋਲਨ ਬਾਰੇ ਪਹਿਲਾਂ ਕੀ ਹੁੰਦਾ? ਅੰਦੋਲਨ ਕਿ ਕਿਸਾਨੀ ਸੰਘਰਸ਼ ਤੋਂ ਹੀ ਸਾਰੀ ਨੌਲੇਜ ਫਿਰ ਮੰਮੀ ਪਾਪਾ ਦਾ ਸਿਰ ਖਾਦਾ ਵੀ ਇਹ ਕੀ ਹੋ ਰਿਹਾ, ਕਿਉਂ ਹੋ ਰਿਹਾ? ਪਹਿਲਾਂ ਮੈਨੂੰ ਨਹੀਂ ਪਤਾ ਸੀਗਾ ਵੀ ਕੀ ਹੁੰਦਾ ਹੈ ਅੰਦੋਲਨ। ਫਿਰ ਮੰਮਾ ਪਾਪਾ ਨੂੰ ਪੁੱਛਿਆ, ਹਾਂਜੀ, ਉਹਨਾਂ ਕੀ ਸਮਝਾਇਆ? ਵੀ ਜਿਹੜੇ ਇਕਜੁੱਟ ਹੋ ਕੇ ਜਿਹੜੇ ਕਿਸੇ ਚੀਜ਼ ਦੇ ਜਾਂ ਸਰਕਾਰ ਦੇ ਉਲਟ, ਜਦੋਂ ਕੋਈ ਸਰਕਾਰ ਨਹੀਂ ਗੱਲ ਸੁਣਦੀ ਲੋਕਾਂ ਦੀ ਵਾਰ-ਵਾਰ ਕਹੇ, ਤੇ ਉਦੋਂ ਅੰਦੋਲਨ ਕਰਦੇ ਹਨ ਲੋਕ। ਉਦੋਂ ਅੰਦੋਲਨ ਜਾਂ ਇੱਕ ਡੈਮੋਕ੍ਰੈਟਿਕ ਸੈਟਅਪ 'ਚ ਸੰਘਰਸ਼ ਕਰਨਾ ਜ਼ਰੂਰੀ ਹੋ ਜਾਂਦਾ। ਹਾਂਜੀ, ਅਸੀਂ ਉੱਥੇ ਜਾਂਦੇ ਸੀਗੇ, ਸਾਰਾ ਕੁਛ ਦੇਖਦੇ ਸੀ। ਘਰ 'ਚ ਵੀ ਅਸੀਂ ਕਿਸਾਨੀ ਦੇ ਰਿਲੇਟਿਡ ਥੋੜ੍ਹੇ ਜਿਹੇ ਗਾਣੇ ਸੁਣਦੇ ਸੀਗੇ। ਇੱਦਾਂ ਅਸੀਂ ਜਾਂਦੇ ਸੀਗੇ। ਹਮੇਸ਼ਾ ਅਸੀਂ 2 ਕੁ ਮਹੀਨੇ ਬਾਅਦ ਚਲੇ ਹੀ ਜਾਂਦੇ ਸੀਗੇ। ਇੱਕ ਮੈਮ ਤੁਸੀਂ ਆਪਦਾ ਨਾਮ ਵੀ ਦੱਸ ਦਿਓ। ਇੱਕ ਗੱਲ, ਜਦੋਂ ਵੈਸੇ ਗੱਲਾਂ ਬਾਤਾਂ ਚੱਲ ਰਹੀਆਂ, ਤੁਸੀਂ ਕਿਹਾ ਸੀ ਵੀ ਜਦੋਂ ਸੰਘਰਸ਼ ਚੱਲਦਾ ਸੀ ਕਿਤੇ ਹੋਰ ਜਾਣ ਦੇ ਇੱਛੁਕ ਨਹੀਂ ਹੁੰਦੇ ਸੀ ਜਵਾਕ। ਮੇਰਾ ਨਾਮ ਨਵਜੋਤ ਕੌਰ ਅਤੇ ਅਸੀਂ 9-10 ਵਾਰੀ ਜਿਹੜੀ ਗਏ ਹਾਂ ਜੀ ਅੰਦੋਲਨ ਦੇ ਵਿੱਚ, ਅਤੇ ਬੱਚਿਆਂ ਨੂੰ ਬਹੁਤ ਉਤਸੁਕਤਾ ਰਹਿੰਦੀ ਸੀ ਕਿ ਜਲਦੀ ਤੋਂ ਜਲਦੀ ਗੇੜਾ ਮਾਰੀਏ। ਜੇ ਥੋੜ੍ਹਾ ਜਿਹਾ ਟਾਈਮ, ਮਹੀਨਾ ਕੁ ਲੰਘ ਜਾਣਾ, ਫਿਰ ਬੱਚਿਆਂ ਨੇ ਰੌਲਾ ਪਾਉਣਾ ਵੀ ਕਿਸੇ ਹੋਰ ਪਾਸੇ ਨਹੀਂ ਜਾਣਾ ਹੈ, ਆਪਾਂ ਤਾਂ ਦਿੱਲੀ ਮੋਰਚੇ ਵਿੱਚ ਜਾਣ ਦਾ ਹੀ ਪ੍ਰੋਗਰਾਮ ਬਣਾਓ, ਉੱਥੇ ਜਾਣਾ ਸਾਨੂੰ ਬਹੁਤ ਵਧੀਆ ਲੱਗਦਾ ਹੈ। ਅਤੇ ਰਸਤੇ ਦੇ ਵਿੱਚ ਵੀ ਬੱਚਿਆਂ ਨੇ ਸਾਰੇ ਰਸਤੇ ਵਿੱਚ ਕਿਸਾਨੀ ਅੰਦੋਲਨ ਨਾਲ ਸੰਬੰਧਿਤ ਗਾਣੇ, ਕਮਰ ਗਰੇਵਾਲ ਦਾ ਅਤੇ ਉੱਧਰੋਂ ਜਸ ਬਾਜਵਾ ਦੇ, ਇਹ ਲਾਉਂਦੇ ਹੀ ਪਹੁੰਚ ਜਾਣਾ ਦਿੱਲੀ। ਪਤਾ ਹੀ ਨਹੀਂ ਸੀ ਲੱਗਦਾ ਕਦੋਂ ਦਿੱਲੀ ਆ ਗਈ। ਕਈ ਵਾਰੀ ਤਾਂ ਅਸੀਂ ਤੜਕੇ 3 ਵਜੇ ਇੱਥੋਂ ਚੱਲੇ ਅਤੇ 7-8 ਵਜੇ ਨੂੰ ਦਿੱਲੀ ਪਹੁੰਚ ਜਾਂਦੇ ਸੀ। ਬੱਚੇ ਵੀ ਐਨ ਬੜੇ ਐਕਟਿਵ, ਕੋਈ ਇਹਨਾਂ 'ਚ ਥਕਾਵਟ ਨਹੀਂ ਸੀ ਹੁੰਦੀ। ਬਹੁਤ ਵਧੀਆ ਮਹਿਸੂਸ ਹੁੰਦਾ ਸੀ ਇਹਨਾਂ ਨੂੰ ਅੰਦੋਲਨ ਦੇ ਵਿੱਚ ਜਾ ਕੇ, ਕਿਉਂਕਿ ਉੱਥੇ ਜਦੋਂ ਜਾਂਦੇ ਸੀ ਪੂਰਾ ਜੋਸ਼ ਭਰ ਜਾਂਦਾ ਸੀ ਇਹਨਾਂ ਦੇ ਵਿੱਚ। ਸਵਾਲ ਕਿਸ ਤਰ੍ਹਾਂ ਦੇ ਕਰਦੇ ਹੁੰਦੇ ਸੀ ਬੱਚੇ ਤੁਹਾਨੂੰ, ਖਾਸ ਤੌਰ 'ਤੇ ਕੀ ਪੁੱਛਿਆ ਜਾਂਦਾ ਬੱਚਿਆਂ ਵੱਲੋਂ? ਕੀ ਬੱਚਿਆਂ ਨੂੰ ਫਿਰ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਉਹਦੇ ਬਾਰੇ ਵੀ ਸਮਝ ਆਈ, ਪੁੱਛਿਆ, ਉਹਦੇ ਸਵਾਲ ਪੁੱਛਿਆ ਵੀ ਜਥੇਬੰਦੀਆਂ ਕਿੰਨੀਆਂ ਨੇ, ਕਿਵੇਂ ਆਪਣੇ ਲੀਡਰ ਨੇ, ਕੌਣ ਸਾਡੇ ਲੀਡਰ ਨੇ? ਇਹ ਥੋੜ੍ਹਾ ਬਹੁਤਾ ਪੁੱਛਦੇ ਸੀ, ਕਿਉਂਕਿ ਬੱਚੇ ਇਹ ਛੋਟੇ ਨੇ, ਨਾਲ ਜਿਹੜੇ ਵੱਡੇ ਬੱਚੇ ਹੁੰਦੇ ਸੀ ਉਹ ਤਾਂ ਆਪਣੇ ਆਪ ਹੀ ਕਾਫੀ ਕੁਝ ਜਾਣਦੇ ਸੀ ਅੰਦੋਲਨ ਬਾਰੇ। ਇਹਨਾਂ ਨੇ ਵੀ ਪੁੱਛਣਾ ਵੀ ਇੱਥੇ ਕਿਉਂ ਬੈਠੇ ਨੇ, ਆਪਾਂ ਤਾਂ ਘਰਾਂ ਦੇ ਵਿੱਚ ਬੈਠਦੇ ਹਾਂ ਇੰਨੀ ਸਰਦੀ ਦੇ ਵਿੱਚ, ਇਹ ਬਾਹਰ ਤੰਬੂਆਂ ਦੇ ਵਿੱਚ ਕਿਉਂ ਬੈਠੇ ਨੇ। ਉਹ ਫਿਰ ਸਾਰਾ ਕੁਝ ਇਹਨਾਂ ਨੂੰ ਦੱਸਿਆ ਜਾਂਦਾ ਸੀ। ਫਿਰ ਇਹ ਮਹਿਸੂਸ ਕਰਦੇ ਸੀ ਕਿ ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਲਈ ਆਪਣੇ ਸਰੀਰ ਦੇ ਉੱਤੇ ਕਸ਼ਟ ਵੀ ਝੱਲਣਾ ਪੈਂਦਾ ਹੈ, ਦੁੱਖ ਤਕਲੀਫ ਵੀ ਝੱਲਣੇ ਪੈਂਦੇ ਨੇ, ਤਾਂ ਹੀ ਸਾਨੂੰ ਕੋਈ ਚੀਜ਼ ਪ੍ਰਾਪਤ ਹੋਵੇਗੀ। ਬੱਚਿਆਂ ਤੁਹਾਨੂੰ ਬਹੁਤ ਸਾਰਾ ਫਰਕ ਕੀ ਲੱਗਦਾ ਹੈਗਾ ਹੁਣ, ਜੇ ਸੰਘਰਸ਼ ਦੇਖ ਲਿਆ, ਜੇ ਤੁਹਾਡਾ ਆਪ ਦੇਖ ਲਿਆ, ਕੋਈ ਸੰਘਰਸ਼ ਦੇਖ ਕੇ ਬਹੁਤ ਜ਼ਿਆਦਾ ਬੱਚਾ ਗਰੋ ਵੀ ਕਰਦਾ ਹੈਗਾ, ਗੇਨ ਵੀ ਕਰਦਾ ਹੈਗਾ, ਅਤੇ ਤੁਹਾਨੂੰ ਲੱਗਦਾ ਵੀ ਬੱਚਿਆਂ 'ਤੇ ਇਹ ਸਦਾ ਅਸਰ ਰਹੂਗਾ ਗੱਲ ਦਾ? ਇਹ ਤਾਂ ਹੈ ਜੀ, ਬੱਚਿਆਂ ਦੇ ਉੱਤੇ ਸਾਰੀ ਉਮਰ ਅਸਰ ਰਹਿਣਾ। ਅੱਗੋਂ ਇਹਨਾਂ ਨੇ ਆਪਣੇ ਬੱਚਿਆਂ ਨੂੰ ਵੀ ਦੱਸਣਾ ਕਿ ਅਸੀਂ ਇਸ ਤਰ੍ਹਾਂ ਉੱਥੇ ਜਾਂਦੇ ਸੀ ਅਤੇ ਉੱਥੇ ਇਸ ਤਰ੍ਹਾਂ ਬੈਠੇ ਸੀ ਸੰਘਰਸ਼ ਦੇ ਵਿੱਚ, ਸੰਘਰਸ਼ੀ ਯੋਧੇ ਜਿਹੜੇ ਕਿ ਜਿੱਤਣ ਤੋਂ ਬਿਨਾਂ ਹਿੱਲਣਾ ਹੀ ਨਹੀਂ ਸੀ ਚਾਹੁੰਦੇ, ਜਿਹੜੇ ਕਹਿੰਦੇ ਸੀ ਕਿ ਅਸੀਂ ਜਿੱਤ ਕੇ ਜਾਵਾਂਗੇ ਜਾਂ ਸਾਡੀਆਂ ਲਾਸ਼ਾਂ ਜਾਣਗੀਆਂ। ਇਹ ਮਤਲਬ ਉਹਨਾਂ ਦਾ ਇਰਾਦਾ ਮਜ਼ਬੂਤ ਸੀ। ਉਸੇ ਤਰ੍ਹਾਂ ਹੀ ਬੱਚਿਆਂ ਨੂੰ ਵੀ ਬਹੁਤ ਗੱਲਾਂ ਸਿੱਖਣ ਨੂੰ ਮਿਲੀਆਂ ਨੇ, ਹਰ ਤਰ੍ਹਾਂ ਦੇ ਹਾਲਾਤ ਦੇ ਵਿੱਚ ਕਿਸ ਤਰ੍ਹਾਂ ਡਟ ਕੇ ਬੈਠਣਾ ਹੈ, ਕਿਸ ਤਰ੍ਹਾਂ ਆਪਣੇ ਹੱਕਾਂ ਨੂੰ ਪ੍ਰਾਪਤ ਕਰਨਾ ਹੈ, ਅਤੇ ਅੱਗੋਂ ਵੀ ਪੀੜ੍ਹੀ ਦਰ ਪੀੜ੍ਹੀ ਆਪਣੇ ਬੱਚਿਆਂ ਤੱਕ ਵੀ ਇਹ ਗੱਲਾਂ ਪਹੁੰਚਾਉਣਗੇ। ਤਾਂ
ਸੰਘਰਸ਼ ਖਤਮ ਹੋਣ ਤੋਂ ਬਾਅਦ ਗੱਲਾਂ ਬਾਤਾਂ ਹਜੇ ਵੀ ਪੁੱਛਦੇ ਹੈਗੇ ਜਦੋਂ ਕਿਸਾਨੀ ਲੀਡਰ ਕਈ ਵਾਰ ਆ ਜਾਂਦੇ ਨੇ ਤੇ ਬਹੁਤ ਸਾਰੇ ਮੁੱਦੇ ਚੱਕਦੇ ਨੇ, ਚਾਹੇ ਉਹ ਇਲੈਕਟ੍ਰਿਸਿਟੀ ਦਾ ਹੋਵੇ, ਕੋਈ ਵੀ ਮੁੱਦਾ ਹੋਵੇ ਉਹ ਚੱਕਦੇ ਰਹਿੰਦੇ ਨੇ। ਹਾਂਜੀ, ਬੱਚੇ ਹੁਣ ਚੇਤੰਨ ਹੋ ਗਏ ਨੇ ਜੀ, ਜਾਗਰਿਤ ਨੇ ਪਹਿਲਾਂ ਨਾਲੋਂ, ਤੇ ਖੁਦ ਵੀ ਆਪਣੇ ਵੱਲੋਂ ਇੰਟਰਸਟ ਵੀ ਲੈਂਦੇ ਨੇ, ਖਬਰਾਂ ਦੇ ਵਿੱਚ ਦੇਖਣਾ ਵੀ ਚਾਹੁੰਦੇ ਨੇ, ਵੀਡੀਓਜ਼ ਵੀ ਦੇਖਦੇ ਨੇ, ਜੋ ਵੀ ਕਿਸਾਨੀ ਬਾਰੇ ਜਾਂ ਪੰਜਾਬ ਬਾਰੇ ਜੋ ਵੀ ਕੋਈ ਵੀ ਮੁੱਦਾ ਉੱਠਦਾ ਹੈ ਤਾਂ ਇਹਨਾਂ ਦਾ ਹੁਣ ਆਪ ਖੁਦ ਹੀ ਉੱਧਰ ਝੁਕਾਅ ਹੋ ਗਿਆ ਹੈ। ਮੈਂ ਇੱਕ ਗੱਲ ਦੇਖ ਰਿਹਾ ਸੀਗਾ ਵੀ ਜੋ ਚੈਪਟਰ 'ਚ MSP ਬਾਰੇ ਜ਼ਿਕਰ ਹੈਗਾ, ਕਿਸਾਨਾਂ ਦੀ ਇਨਕਮ ਬਾਰੇ ਜ਼ਿਕਰ ਹੈਗਾ, ਜੋ ਆਮ ਤੌਰ 'ਤੇ ਬਹੁਤ ਵੱਡੇ ਮੁੱਦੇ ਹੈਗੇ ਨੇ ਤੇ ਨਾਲ ਦੀ ਨਾਲ ਜਿਨ੍ਹਾਂ ਨੂੰ ਲੋਕਾਂ ਨੂੰ ਸਮਝ ਵੀ ਨਹੀਂ ਹੈ, ਕਿਉਂਕਿ ਕਿਸਾਨੀ ਜੋ ਸੰਘਰਸ਼ ਹੋਇਆ ਬਹੁਤ ਸਾਰੇ ਲੋਕਾਂ ਨੇ ਸੰਘਰਸ਼ ਦੇ ਉੱਤੇ, ਅੰਦੋਲਨ ਉੱਤੇ ਸਵਾਲ ਵੀ ਚੱਕੇ ਸੀਗੇ ਵੀ ਇਹ ਕਿਉਂ ਹੋ ਰਿਹਾ ਹੈਗਾ, ਕਿਉਂਕਿ ਉੱਥੇ ਜਦੋਂ ਲੰਗਰ ਵਰਤਾਇਆ ਜਾਂਦਾ ਸੀਗਾ ਉਸ ਦੇ ਉੱਤੇ ਵੀ ਸਵਾਲ ਚੱਕੇ ਜਾ ਰਹੇ ਸੀਗੇ, ਜਿਸ ਤਰ੍ਹਾਂ ਦੇ ਉੱਥੇ ਕੂਲਰ ਸੀ, AC ਸੀ, ਜਾਂ ਕਹਿ ਲਓ ਤੁਸੀਂ ਪੀਜ਼ਿਆਂ ਦਾ ਲੰਗਰ ਚੱਲਦਾ ਸੀ, ਉਸ ਦੇ ਉੱਤੇ ਵੀ ਸਵਾਲ ਖੜੇ ਕਰ ਦਿੱਤੇ ਜਾਂਦੇ ਸੀ ਵੀ ਇਹਨਾਂ ਤੋਂ ਸਭ ਸੁੱਖ ਸਹੂਲਤਾਂ ਹੈਗੀਆਂ ਨੇ ਤੇ ਫਿਰ ਇਹ ਸੰਘਰਸ਼ ਕਿਉਂ ਕਰ ਰਹੇ ਹੈਗੇ। ਇਹ ਜੇ ਸਵਾਲ ਵੀ ਖੜੇ ਹੋਏ ਸੀ ਸੰਘਰਸ਼ ਦੌਰਾਨ। ਹਾਂਜੀ, ਉਦੋਂ ਤਾਂ ਹਰ ਤਰ੍ਹਾਂ ਦੇ ਸਵਾਲ ਉੱਠੇ ਤੇ ਉਹਨਾਂ ਦਾ ਆਪਣੇ ਆਪ ਹੀ ਜਵਾਬ ਵੀ ਮਿਲਦਾ ਰਿਹਾ ਹੈ ਉਠਾਉਣ ਵਾਲਿਆਂ ਨੂੰ। ਪਰ ਚਲੋ ਹੁਣ ਸਾਰਾ ਵਧੀਆ ਹੈ, ਆਪਾਂ ਅੰਦੋਲਨ ਜਿੱਤ ਗਏ ਹਾਂ, ਇਹ ਅੰਦੋਲਨ ਜਿੱਤ ਗਏ ਹਾਂ ਤੇ ਹੁਣ ਅੱਗੋਂ ਕਦੇ ਕੋਈ ਫੇਰ ਦੁਬਾਰਾ ਕੋਈ ਮਸਲਾ ਉੱਠਦਾ ਹੈ ਤਾਂ ਅਸੀਂ ਫੇਰ ਦੁਬਾਰਾ ਰਲ ਮਿਲ ਕੇ ਉਹਨੂੰ ਨਜਿੱਠਣ ਲਈ ਤਿਆਰ। ਗੱਲ ਤੁਹਾਨੂੰ ਲੱਗਦਾ ਵੀ ਜਿਹੜੀ MSP ਦੀ ਸਮਝ ਬੱਚਿਆਂ ਨੂੰ ਹੁਣੀ ਤੋਂ ਪੜ੍ਹ ਕੇ ਆ ਜਾਊਗੀ ਜਾਂ ਕਿਸਾਨੀ ਇਨਕਮ ਬਾਰੇ ਆ ਜਾਊਗੀ, ਇਹ ਬਹੁਤ ਲਾਭਦਾਇਕ ਹੈ ਖਾਸ ਤੌਰ ਕੇ ਪੰਜਾਬ ਦੇ ਨੌਜਵਾਨ ਵਾਸਤੇ, ਕਿਉਂਕਿ ਸਰਕਾਰਾਂ ਵੀ ਇਹ ਗੱਲਾਂ ਕਰ ਰਹੀਆਂ ਵੀ ਐਗਰੀਕਲਚਰ ਨੂੰ ਫਿਰ ਤੋਂ ਮੇਨ ਸੈਕਟਰ ਕਰਨਾ ਹੈਗਾ। ਹਾਂਜੀ, ਇਹ ਤਾਂ ਹੈ ਹੀ, ਕਿਉਂਕਿ ਜਦੋਂ ਅੰਦੋਲਨ ਹੁੰਦਾ ਕਿਉਂ ਹੋਇਆ ਇਹ ਸਾਰੀਆਂ ਗੱਲਾਂ ਬੱਚਿਆਂ ਨੂੰ ਦੱਸਦੇ ਸੀ ਕਿ ਜ਼ਿਮੀਂਦਾਰਾਂ ਦੀ ਜਿਹੜੀ ਆਮਦਨ ਹੈ ਉਹ ਘੱਟ ਤੇ ਖਰਚੇ ਵੱਧ ਨੇ, ਉਹ ਕਿਸ ਤਰ੍ਹਾਂ ਠੀਕ ਹੋ ਸਕਦੇ ਨੇ MSP ਦੇ ਰਾਹੀਂ। ਉਹ ਗੱਲਾਂ ਇਹ ਕੁਛ ਨਾ ਕੁਛ ਦੇਖੋ ਅਜੇ ਉਸ ਉਮਰ ਦੇ ਮੁਤਾਬਕ ਇਹਨਾਂ ਦੀ ਮੁਤਾਬਕ ਘੱਟ ਇਹਨਾਂ ਨੂੰ ਸਮਝ ਹੈ, ਪਰ ਥੋੜਾ ਬਹੁਤਾ ਸਵਾਲ ਤਾਂ ਪਾਉਂਦੇ ਨੇ ਵੀ ਇਹ ਗੱਲਾਂ ਕੀ। ਹਾਂਜੀ, ਸੋਚਣਾ ਤੇ ਪੁੱਛਣਾ ਸ਼ੁਰੂ ਕਰ ਦਿੱਤਾ ਹੁਣ। ਹਾਂਜੀ, ਤੇ ਵਧੀਆ ਹੈ ਸਾਰਾ ਕੁਝ ਜੀ, ਇਹ ਚੀਜ਼ਾਂ ਬੱਚਿਆਂ ਦੇ ਸਿਲੇਬਸ 'ਚ ਹੋਣੀਆਂ ਚਾਹੀਦੀਆਂ ਨੇ ਤੇ ਬੱਚੇ ਜਾਗਰੂਕ ਰਹਿਣ, ਕਿਉਂਕਿ ਹੋਰ ਤਾਂ ਇਹਨਾਂ ਦੇ ਮਨੋਰੰਜਨ ਵਾਲੀਆਂ ਹੋਰ ਸਾਰੀਆਂ ਚੀਜ਼ਾਂ ਤਾਂ ਅੱਜ ਕੱਲ੍ਹ ਬਹੁਤ ਨੇ, ਪਰ ਜਿਹੜੀ ਇਹੋ ਜਿਹੀਆਂ ਚੀਜ਼ਾਂ ਨੇ ਇਹਨਾਂ ਦੀ ਜ਼ਰੂਰਤ ਹੈ ਅੱਜ, ਤੇ ਉਹ ਬੱਚਿਆਂ ਨੂੰ ਹੁਣ ਮਿਲ ਰਹੀਆਂ ਨੇ। ਪੜ੍ਹਨਗੇ, ਸੁਣਨਗੇ, ਵਿਚਾਰਨਗੇ। ਇਹ ਆਪਣੇ ਲਈ, ਇਹਨਾਂ ਬੱਚਿਆਂ ਲਈ, ਆਪਣੇ ਪੰਜਾਬ ਲਈ, ਆਪਣੇ ਦੇਸ਼ ਲਈ ਇਹ ਜਾਗਰੂਕਤਾ ਹੋਣੀ ਬਹੁਤ ਜ਼ਰੂਰੀ ਹੈ ਅੱਜ ਦੇ ਬੱਚੇ ਦੀ। ਇੱਕ ਹੋਰ ਜਿਹੜਾ ਸਵਾਲ ਜਿਹੜਾ ਇਹਦੇ 'ਚ ਚੈਪਟਰ 'ਚ ਪਾਈ ਗਈ ਹੈ ਗੱਲ ਹੈ ਔਰਤਾਂ ਦੇ ਰੋਲ ਬਾਰੇ। ਤੁਸੀਂ ਔਰਤਾਂ ਦੇ ਰੋਲ ਨੂੰ ਕਿਸਾਨੀ ਅੰਦੋਲਨ ਜਦੋਂ ਦੇਖਦੇ ਹੋ ਕਿਵੇਂ ਦੇਖਦੇ ਹੋ? ਔਰਤਾਂ ਦਾ ਵੀ ਬਿਲਕੁਲ ਬਰਾਬਰ ਰੋਲ ਹੀ ਸੀ ਜੀ, ਬਿਲਕੁਲ ਬਰਾਬਰ। ਜਿਸ ਤਰ੍ਹਾਂ ਸੱਜੇ ਖੱਬੇ ਹੱਥ ਵਾਲੀ ਗੱਲ, ਸਾਡੀਆਂ ਮਾਵਾਂ, ਭੈਣਾਂ, ਧੀਆਂ ਇਹ ਸਾਰੀਆਂ ਰਲ ਕੇ ਉੱਥੇ ਬੈਠੀਆਂ ਤੇ ਇੱਕ ਹੌਸਲਾ ਦਿੱਤਾ ਉਹਨੇ ਆਪਣੇ ਨਾਲ, ਆਪਣੇ ਬੱਚਿਆਂ ਨੂੰ, ਆਪਣੇ ਭਰਾਵਾਂ ਨੂੰ, ਆਪਣੇ ਪੁੱਤਰਾਂ ਨੂੰ, ਪਤੀਆਂ ਨੂੰ, ਕਿਉਂਕਿ ਇਹ ਸੰਘਰਸ਼ ਹੈ ਜਿਹੜਾ ਇਹਦੇ ਵਿੱਚ ਕੁਛ ਬਾਹਰ ਵੀ ਚਿਹਰੇ ਉੱਭਰ ਕੇ ਆਉਂਦੇ ਸੀ ਜਿਹੜੇ, ਜਿਹਨੂੰ ਆਪਾਂ ਕਹੇ ਪ੍ਰਮੁੱਖ, ਤੇ ਬਹੁਤ ਉਹ ਸੀ ਜਿਹੜੇ ਸੰਘਰਸ਼ ਕਰ ਰਹੇ ਸੀ, ਪਰ ਉਹ ਆਪਾਂ ਕਹੀਏ ਕਿ ਇੰਨੇ ਜ਼ਿਆਦਾ ਲਾਈਮਲਾਈਟ ਦੇ ਵਿੱਚ ਨਹੀਂ ਸੀ ਆਉਂਦੇ। ਉਹਦੇ ਵਿੱਚ ਔਰਤਾਂ ਸੀ ਉਹ ਜਿਹੜੀਆਂ ਬਹੁਤ ਸੀ, ਜਿਹੜੀਆਂ ਹਰ ਇੱਕ ਤੰਬੂ ਦੇ ਵਿੱਚ, ਹਰ ਇੱਕ ਟੈਂਟ ਦੇ ਵਿੱਚ ਉੱਥੇ ਬੈਠੀਆਂ ਸੀ, ਲੰਗਰ ਪਕਾ ਰਹੀਆਂ ਸੀ। ਔਰ ਉਹ ਔਰਤਾਂ ਜਿਨ੍ਹਾਂ ਦੇ ਘਰ ਵਾਲੇ ਪੁੱਤਰ ਉੱਥੇ ਬੈਠੇ ਸੀ ਔਰ ਉਹ ਪਿੱਛੋਂ ਘਰ-ਬਾਰ ਸੰਭਾਲ ਰਹੀਆਂ ਸੀ, ਖੇਤੀ ਸਾਂਭ ਰਹੀਆਂ ਸੀ। ਇਸ ਲਈ ਔਰਤਾਂ ਦਾ ਤਾਂ ਜੀ ਬਿਲਕੁਲ ਬਰਾਬਰ ਦਾ ਯੋਗਦਾਨ ਹੈ। ਮੈਨੂੰ ਯਾਦ ਆ ਕਿ ਅਸੀਂ ਉੱਥੇ ਜਦੋਂ ਜਾਂਦੇ ਸੀ, ਉੱਥੇ ਟਿੱਕਰੀ ਬਾਰਡਰ ਮੇਲੋ ਬੇਬੇ ਉਹ ਬੈਠੀ ਹੁੰਦੀ ਸੀ, ਤੇ ਜਦੋਂ ਵੀ ਜਾਣਾ ਉਹਨੇ ਇੰਨਾ ਹੌਸਲੇ ਵਾਲੀਆਂ, ਇੰਨੀਆਂ ਜਿਹਨੂੰ ਕਹਿੰਦੇ ਕਿ ਸਾਰਿਆਂ ਦੇ ਲਈ ਸੇਵਾ, ਉਹਦੇ 'ਚ ਭਾਵਨਾ, ਜਿੰਨੇ ਵੀ ਉੱਥੇ ਬੱਚੇ ਬੈਠੇ ਸੀ ਉਹਨਾਂ ਨੂੰ ਕਹਿਣਾ ਕਿ ਸਾਰੇ ਮੇਰੇ ਪੁੱਤਰ ਨੇ, ਉਹਨਾਂ ਦੇ ਕੱਪੜੇ ਧੋਣੇ, ਉਹਨਾਂ ਦੇ ਨਾਲ ਬੈਠਣਾ। ਉਹੀ ਜਿਹੀਆਂ ਕਿੰਨੀਆਂ ਹੀ ਮਾਵਾਂ ਹੋਣਗੀਆਂ ਉੱਥੇ ਜਿਹੜੀਆਂ ਥੰਮ ਬਣ ਕੇ ਉੱਥੇ ਅੰਦੋਲਨ ਲੜ ਰਿਆਂ ਦੇ ਨਾਲ ਜੁੜ ਕੇ ਬੈਠੀਆਂ ਰਹੀਆਂ ਨੇ। ਇਸ ਲਈ ਇਹ ਤਾਂ ਬਹੁਤ ਵੱਡਾ ਯੋਗਦਾਨ ਸੀ ਔਰਤਾਂ ਦਾ ਉੱਥੇ। ਇਹ ਚੈਪਟਰ ਕਿਤੇ ਨਾ ਕਿਤੇ ਇਸ ਚੀਜ਼ ਉੱਤੇ ਵੀ ਚਾਨਣ ਪਾਉਣ 'ਚ ਮਦਦ ਕਰਦਾ ਵੀ ਔਰਤਾਂ ਦਾ ਜਾਂ ਮਹਿਲਾਵਾਂ ਦਾ ਯੋਗਦਾਨ ਕੀ ਸੀ, ਕਿਉਂਕਿ ਆਮ ਤੌਰ 'ਤੇ ਜਦੋਂ ਦੇਖਿਆ ਜਾਂਦਾ ਤਾਂ ਜਥੇਬੰਦੀਆਂ 'ਤੇ ਹੀ ਨਿਗਾਹ ਚਲੀ ਜਾਂਦੀ ਹੈ ਵੀ ਉਹ ਮੂਹਰੇ ਸੀ, ਮੀਟਿੰਗਾਂ 'ਚ ਸੀਗੇ, ਪਰ ਜਦੋਂ ਬੰਦਾ ਡੂੰਘਾਈ 'ਚ ਜਾਂਦਾ ਹੈ ਤਾਂ ਜਦੋਂ ਔਰਤਾਂ ਦੇ ਰੋਲ ਨੂੰ ਦੇਖਦਾ ਹੈਗਾ ਸਾਰੇ ਸੰਘਰਸ਼ ਦੇ ਅੰਦਰ, ਉਹ ਵੀ ਚੈਪਟਰ 'ਚ ਕਿਤੇ ਨਾ ਕਿਤੇ ਪਾਇਆ ਹੋਇਆ, ਹਾਈਲਾਈਟ ਕੀਤਾ ਹੋਇਆ। ਤੇ ਆਮ ਤੌਰ 'ਤੇ ਇਹ ਵੀ ਦੇਖਿਆ ਗਿਆ ਸੀ ਵੀ
ਕਈ ਵਾਰ ਜਿਹੜੇ ਮਰਦ ਹੁੰਦੇ ਹੌਸਲਾ ਹਾਰ ਜਾਂਦੇ, ਪਰ ਮਹਿਲਾਵਾਂ ਨੇ ਕਦੇ ਹੌਸਲਾ ਨਹੀਂ ਹਾਰਿਆ, ਕਦੇ ਨਾ ਟੁੱਟਿਆ। ਜੋ ਡਿੱਗਦੇ ਹੁੰਦੇ ਸੀਗੇ ਜਥੇਬੰਦੀਆਂ ਵਾਲੇ ਵੀ ਜਾਂ ਕੋਈ ਹੋਰ ਵੀ, ਤਾਂ ਔਰਤਾਂ ਹੀ ਚੱਕਦੀਆਂ ਹੁੰਦੀਆਂ ਸੀ। ਬਿਲਕੁਲ ਜੀ, ਬਹੁਤ ਦਲੇਰੀ ਦੇ ਨਾਲ ਆਪਣਾ ਰੋਲ ਨਿਭਾਉਂਦੇ ਰਹੇ ਨੇ ਸਾਰੇ, ਤੇ ਸਾਰੀਆਂ ਔਰਤਾਂ ਨੇ ਵੀ ਆਪਣਾ ਰੋਲ ਨਿਭਾਇਆ। ਇੱਕ ਪੂਰਾ ਥੰਮ ਬਣ ਕੇ ਇਸ ਅੰਦੋਲਨ ਦੇ ਉਹਨਾਂ ਨੇ ਆਪਣਾ ਮੋਢਾ ਲਗਾ ਕੇ ਰੱਖਿਆ ਹੈ, ਤੇ ਬਹੁਤ ਵਧੀਆ ਜ਼ਿੰਮੇਵਾਰੀ ਨਿਭਾਈ ਹੈ ਆਪਣੀ ਦੇ ਵਿੱਚ। ਤਾਂ ਕਿਸਾਨੀ ਅੰਦੋਲਨ, ਕਿਸਾਨੀ ਸੰਘਰਸ਼ ਉੱਤੇ ਚੈਪਟਰ ਹੈ ਜਿਹੜਾ ਉਹ ਸ਼ੁਰੂਆਤ ਕਰ ਦਿੱਤੀ ਗਈ ਹੈ, ਸਿਲੇਬਸ 'ਚ ਇਨਕਲੂਡ ਹੋ ਚੁੱਕਿਆ ਉਹ ਬੱਚਿਆਂ ਦੇ। ਤਾਂ ਇਤਿਹਾਸਕ ਜਿਹੜਾ ਸੰਘਰਸ਼ ਸੀ ਉਹਦੇ ਇਤਿਹਾਸ ਕਹਾਣੀ ਹੈ ਜਿਹੜੀ ਹੁਣ ਬੱਚਿਆਂ ਨੂੰ ਪੜ੍ਹਾਈ ਜਾ ਰਹੀ ਹੈ, ਦੱਸੀ ਜਾ ਰਹੀ ਹੈ। ਤਾਂ ਇਹ ਇੱਕ ਨਵੀਂ ਪਨੀਰੀ ਵਾਸਤੇ, ਖਾਸ ਤੌਰ 'ਤੇ ਕਿਸਾਨੀ ਵਾਸਤੇ, ਕਿਉਂਕਿ ਪੰਜਾਬ ਇੱਕ ਕਿਸਾਨੀ ਪ੍ਰਧਾਨ ਸੂਬਾ ਹੈਗਾ। ਤਾਂ ਇਹਦੇ ਅੰਦਰ ਜਿੰਨੇ ਵੀ ਨੌਜਵਾਨ ਬੱਚਿਆਂ ਨੂੰ ਜਾਗਰੂਕਤਾ ਹੋਊਗੀ ਜਾਂ ਅਵੇਅਰ ਹੋਣਗੇ ਉਹ MSP ਬਾਰੇ, ਕਿਸਾਨੀ ਇਨਕਮ ਬਾਰੇ, ਕਿਉਂ ਖੇਤੀ 'ਚ ਕਰਜ਼ੇ ਚੜ੍ਹਦੇ ਨੇ, ਕਿਉਂ ਖੇਤੀ 'ਚ ਜਿਹੜੇ ਕਿਸਾਨ ਹੈ ਫਾਹੇ ਵੀ ਲੈਂਦੇ ਨੇਗੇ ਕਰਜ਼ੇ ਕਰਕੇ। ਤਾਂ ਇਹ ਸਾਰੀਆਂ ਗੱਲਾਂ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਕਲੀਅਰ ਹੁੰਦੀਆਂ ਜਾਣਗੀਆਂ, ਤੇ ਆਉਣ ਵਾਲੇ ਸਮੇਂ 'ਚ ਇਸ ਦਾ ਬਹੁਤ ਵੱਡਾ ਲਾਭ ਹੋਊਗਾ। ਫਤਿਹਗੜ੍ਹ ਸਾਹਿਬ ਤੋਂ ਕੈਮਰਾਮੈਨ ਬਲਜਿੰਦਰ ਸਿੰਘ ਨਾਲ ਮੈਂ ਸ਼ੁਭਕਰਮਨ, ਢਾਲੀਵਾਲ ਪ੍ਰੋ ਪੰਜਾਬ TV।